घात ना होय। पै पयै तन कीन होय। लोभ रत विचहुं जाय। ज्यों बैसंतर धात शुद्ध होय। त्यों हर का भौ दुर्मत मैल गवाय। नानक ते जन सोहणे जे रते हर रंग लाय। नानक ते जन सोहणे जे रते हर रंग लाय। परम सन्मानयोग शब्द ਸਰੂਪ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਬੜੀ ਇਕਾਗਰਤਾ ਸਤਿਕਾਰ ਪਿਆਰ ਸਹਿਤ ਆਪ ਜੀ ਨੇ ਸਤਿਕਾਰਯੋਗ ਭਾਈ ਸਾਹਿਬ ਜੀ ਪਾਸੋਂ ਸੋਦਰ ਦੇ ਨਿਤਨੇਮ ਦੇ ਪਾਠ ਉਪਰੰਤ ਗੁਰੂ ਦਰਬਾਰ ਦੇ ਸਤਿਕਾਰਤ ਕੀਰਤਨੀ ਜਥੇ ਭਾਈ ਸਾਹਿਬਾਨ ਜੀ ਪਾਸੋਂ ਗੁਰੂ ਮਹਾਰਾਜ ਦੀ ਅੰਮ੍ਰਿਤਮਈ ਪਾਵਨ ਬਾਣੀ ਦੇ ਸ਼ਬਦ ਕੀਰਤਨ ਸ਼ਰਵਣ ਕੀਤੇ ਹਨ। ਸੋ ਆਓ ਗੁਰੂ ਮਹਾਰਾਜ ਦੀ ਪਾਵਨ ਬਾਣੀ ਦੀ ਵਿਚਾਰ ਦੇ ਨਾਲ ਸਾਂਝ ਬਣਾਉਣ ਤੋਂ ਪਹਿਲਾਂ ਦਸਮੇਸ਼ ਪਿਤਾ ਜੀ ਦੀ ਬਖਸ਼ਿਸ਼ ਕੀਤੀ ਹੋਈ ਮੁਬਾਰਕ ਫਤਿਹ ਬੁਲੰਦ ਆਵਾਜ਼ ਵਿੱਚ ਸਾਂਝੀ ਕਰੀਏ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਖ ਫਰੀਦ ਸਾਹਿਬ ਜਿਨ੍ਹਾਂ ਦੇ ਪਾਵਨ ਸ਼ਲੋਕਾਂ ਦੇ ਵਿੱਚੋਂ 51 ਨੰਬਰ ਸ਼ਲੋਕ ਦਾ ਪਾਠ ਅਤੇ ਇਸੇ ਹੀ ਸ਼ਲੋਕ ਦੀ ਵਿਆਖਿਆ ਦੇ ਰੂਪ ਵਿੱਚ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੋ ਸ਼ਲੋਕ ਦਰਜ ਹੈ 52 ਨੰਬਰ, ਇਹ ਦੋ ਸ਼ਲੋਕਾਂ ਦਾ ਪਾਠ ਆਪ ਜੀ ਨੇ 10 ਪਾਸੋਂ ਸ਼ਰਵਣ ਕੀਤਾ ਹੈ। ਇੱਕ ਬੜੀ ਅਹਿਮ ਗੱਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਦਿਆਂ ਸਾਡੇ ਸਨਮੁਖ ਆਉਂਦੀ ਹੈ, ਕਿਉਂਕਿ ਕੁਝ ਧਾਰਨਾਵਾਂ ਕੁਝ ਗੱਲਾਂ ਐਸੀਆਂ ਨੇ ਜਿਹੜੀਆਂ ਅਸੀਂ ਆਪਣੀ ਮਰਜ਼ੀ ਦੀ ਵਿਆਖਿਆ ਦੀ ਇੱਛਾ ਦੇ ਵਿੱਚੋਂ ਕੱਢੀਆਂ ਨੇ। ਜਿਵੇਂ ਕਿ ਕਿਸ ਮਹਾਂਪੁਰਖ ਨੂੰ ਕਿਸ ਨਾਮ ਨਾਲ ਸੰਬੋਧਨ ਕੀਤਾ ਜਾਏ। ਮੈਂ ਇੱਥੇ ਕੇਵਲ ਇਸ ਗੱਲ ਨੂੰ ਸ਼ੇਖ ਫਰੀਦ ਸਾਹਿਬ ਜੀ ਦੀ ਤੱਕ ਹੀ ਸੀਮਤ ਰੱਖਾਂਗਾ। ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਜਦੋਂ ਤਰਤੀਬ ਪੜ੍ਹੋਗੇ, ਜਿੱਥੇ ਕੋਈ ਕਿਸੇ ਵੀ ਵਾਰ ਦੀ ਸਮਾਪਤੀ ਹੁੰਦੀ ਹੈ, ਉਸ ਤੋਂ ਬਾਅਦ ਭਗਤ ਸਾਹਿਬਾਨਾਂ ਦੀ ਬਾਣੀ ਆਰੰਭ ਹੁੰਦੀ ਹੈ, ਜਾਂ ਹਰ ਇੱਕ ਰਾਗ ਜਿਸ ਵੀ ਰਾਗ ਦੇ ਵਿੱਚ ਕਿਸੇ ਭਗਤ ਸਾਹਿਬਾਨ ਦੀ ਬਾਣੀ ਹੈ, ਉਹ ਅਖੀਰ ਦੇ ਉੱਤੇ ਜਾ ਕੇ ਉਸ ਰਾਗ ਦੀ ਸਮਾਪਤੀ ਦੇ ਉੱਤੇ ਜਾ ਕੇ ਆਉਂਦੀ ਹੈ, ਤੇ ਉਹਦੀ ਵੀ ਇੱਕ ਆਪਣੀ ਤਰਤੀਬ ਹੈ। ਸਭ ਤੋਂ ਪਹਿਲਾਂ ਜੇ ਕਬੀਰ ਸਾਹਿਬ ਦੇ ਉਸ ਰਾਗ ਵਿੱਚ ਸ਼ਬਦ ਨੇ ਤੇ ਉਹਨਾਂ ਦੇ ਹੋਣਗੇ, ਫਿਰ ਨਾਮਦੇਵ ਸਾਹਿਬ ਦੇ ਹੋਣਗੇ, ਫਿਰ ਬਾਬਾ ਰਵਿਦਾਸ ਸਾਹਿਬ ਦੇ ਹੋਣਗੇ, ਤੇ ਇਸ ਤਰ੍ਹਾਂ ਹੌਲੀ ਹੌਲੀ ਤਰਤੀਬ ਵਿੱਚ ਸਾਰੇ ਸ਼ਬਦ ਆਉਂਦੇ ਜਾਣਗੇ। ਔਰ ਦੂਸਰੀ ਗੱਲ ਧਿਆਨ ਰੱਖਣ ਯੋਗ ਹੈ ਕਿ ਜਿਹੜਾ ਸਾਂਝਾ ਉੱਤੇ ਟਾਈਟਲ ਸਿਰਲੇਖ ਦਰਜ ਕੀਤਾ ਜਾਂਦਾ ਹੈ ਬਾਣੀ ਭਗਤਾਂ ਕੀ, ਪਰ ਇਸ ਤੋਂ ਇਲਾਵਾ 4 ਸ਼ਬਦ ਜਿਹੜੇ ਨੇ ਸ਼ੇਖ ਫਰੀਦ ਸਾਹਿਬ ਜੀ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ। ਉਹਨਾਂ 4 2 ਸ਼ਬਦ ਇੱਕ ਜਗ੍ਹਾ, 2 ਸ਼ਬਦ ਇੱਕ ਜਗ੍ਹਾ। ਹੁਣ ਉਹਨਾਂ ਸ਼ਬਦਾਂ ਦੇ ਉੱਤੇ ਜਦੋਂ ਤੁਸੀਂ ਸਿਰਲੇਖ ਪੜ੍ਹੋਗੇ ਨਾ, ਉੱਥੇ ਫਰੀਦ ਸਾਹਿਬ ਜੀ ਦੇ ਨਾਮ ਦੇ ਨਾਲ ਭਗਤ ਸ਼ਬਦ ਨਹੀਂ ਆਏਗਾ, ਸ਼ੇਖ ਫਰੀਦ ਸ਼ਬਦ ਆਏਗਾ। ਹੁਣ ਆਪਾਂ ਅਗੇਰੇ ਚਲੇ ਜਾਈਏ, ਜਿੱਥੇ ਸ਼ਲੋਕ ਆਉਂਦੇ ਨੇ ਭਗਤ ਕਬੀਰ ਸਾਹਿਬ ਦੇ, ਫਿਰ ਉਸ ਤੋਂ ਬਾਅਦ ਸ਼ਲੋਕ ਆਉਂਦੇ ਨੇ ਸ਼ੇਖ ਫਰੀਦ ਸਾਹਿਬ ਦੇ। ਕਬੀਰ ਸਾਹਿਬ ਜੀ ਦੇ ਨਾਮ ਦੇ ਨਾਲ ਭਗਤ ਸ਼ਬਦ ਵਰਤਿਆ ਗਿਆ, ਤੇ ਫਰੀਦ ਸਾਹਿਬ ਜੀ ਦੇ ਨਾਮ ਨਾਲ ਉੱਥੇ ਵੀ ਸ਼ਲੋਕ ਸ਼ੇਖ ਫਰੀਦ ਜੀਓ,
ਕਿਉਂਕਿ ਫਰੀਦ ਸਾਹਿਬ ਦਾ ਜੋ ਤਖੱਲਸ ਹੈ, ਜੋ ਉਹਨਾਂ ਦਾ ਵਿਸ਼ੇਸ਼ਣ ਉਹਨਾਂ ਦੇ ਨਾਮ ਨਾਲ ਲੱਗਾ ਹੈ, ਭਗਤ, ਸੰਤ, ਸ਼ੇਖ, ਇਹ ਵਿਸ਼ੇਸ਼ਣ ਨੇ, ਇਹ ਨਾਮ ਦਾ ਅੰਗ ਨਹੀਂ ਹਨ। ਕਿਸੇ ਦੀ ਵਿਸ਼ੇਸ਼ਤਾ ਨੂੰ ਵੇਖ ਕੇ ਅਸੀਂ ਉਹਦੇ ਜੋ ਉਹਦੀ ਕੁਆਲਿਟੀ ਹੈ, ਜੋ ਉਹਦਾ ਹੁਨਰ ਹੈ, ਜਾਂ ਜਿਹੜੀ ਉਹਦੀ ਮਨੋ ਅਵਸਥਾ ਹੈ, ਉਹ ਉਸ ਵਿਸ਼ੇਸ਼ਣ ਨੂੰ ਅਸੀਂ ਉਹਦੇ ਨਾਮ ਨਾਲ ਜੋੜਦੇ ਹਾਂ। ਹੁਣ ਧਿਆਨ ਰੱਖਣ ਯੋਗ ਹੈ ਵੀ ਫਰੀਦ ਸਾਹਿਬ ਨੇ ਖੁਦ ਆਪਣੀ ਬਾਣੀ ਦੇ ਵਿੱਚ ਆਪਣੇ ਆਪ ਨੂੰ ਸ਼ੇਖ ਲਿਖਿਆ, ਆਖੀ ਸ਼ੇਖਾ ਬੰਦਗੀ ਚੱਲਣ ਅੱਜ ਕੇ ਕੱਲ। ਐਸੇ ਉਹਨਾਂ ਨੇ ਹੋਰ ਇੱਕ ਦੋ ਪ੍ਰਮਾਣ ਵੀ ਆਪਣੀ ਬਾਣੀ ਵਿੱਚ ਵਰਤੇ ਨੇ। ਸ਼ੇਖ ਸ਼ਬਦ ਦਾ ਅਰਥ ਵੀ ਉਹੀ ਹੈ ਜਿਹੜਾ ਭਗਤ ਸ਼ਬਦ ਹੈ, ਭਾਵ ਇੱਕੋ ਹੀ ਹੈ। ਪਰ ਕਿਉਂਕਿ ਫਰੀਦ ਸਾਹਿਬ ਜਿਹੜੇ ਕਲਚਰ ਵਿੱਚੋਂ ਆਏ ਨੇ, ਜਾਂ ਇਸਲਾਮੀ ਸੱਭਿਅਤਾ ਦੇ ਰੰਗ ਜਿਹੜਾ ਹੈ ਉਹਨਾਂ ਦੇ ਪਰਿਵਾਰਾਂ 'ਚ, ਉਹਨਾਂ ਦੇ ਸਮਾਜ ਵਿੱਚ ਰਿਹਾ, ਤੇ ਉੱਥੇ ਭਗਤ ਸ਼ਬਦ ਨਹੀਂ ਸੀ ਵਰਤਿਆ ਜਾਂਦਾ, ਕਿਉਂਕਿ ਇੱਕ ਧਾਰਮਿਕ ਕਲਚਰ ਵੀ ਹੁੰਦਾ ਹੈ। ਜਿਹੜਾ ਧਾਰਮਿਕ ਕਲਚਰ ਹੈ ਉਹਦੇ ਵਿੱਚ ਆਪਣੇ ਸ਼ਬਦ ਹੁੰਦੇ ਨੇ। ਤੋ ਜਿਵੇਂ ਸਾਡੇ ਕਲਚਰ ਵਿੱਚ ਆਪਾਂ ਆਮ ਤੌਰ ਤੇ ਕਹਿੰਦੇ ਆ ਵੀ ਵਾਹਿਗੁਰੂ ਜਾਣੇ, ਰੱਬ ਜਾਣੇ, ਅਕਾਲ ਪੁਰਖ ਜਾਣੇ। ਅਸੀਂ ਬਹੁਤ ਘੱਟ ਸ਼ਬਦ ਵਰਤਦੇ ਵੀ ਭਗਵਾਨ ਜਾਣੇ, ਕਿਉਂਕਿ ਸਾਡਾ ਕਲਚਰਲ ਤੌਰ ਉੱਤੇ ਜਿਹੜਾ ਹੈ, ਸਾਨੂੰ ਭਗਵਾਨ ਸ਼ਬਦ ਕਹਿਣ ਵਿੱਚ ਕੋਈ ਦਿੱਕਤ ਨਹੀਂ, ਪਰ ਕਲਚਰ ਨੇ ਸਾਡੇ ਨੇ ਸਾਨੂੰ ਸ਼ਬਦ ਜਿਹੜੇ ਦਿੱਤੇ ਨੇ, ਅਸੀਂ ਉਹਨਾਂ ਦੇ ਮੁਤਾਬਕ ਹੀ ਅੱਗੇ ਬੋਲਦੇ ਹਾਂ। ਤੋ ਇਸੇ ਤਰ੍ਹਾਂ ਸ਼ੇਖ ਸ਼ਬਦ ਦਾ ਜਿਹੜਾ ਭਾਵ ਹੈ ਉਹ ਵੀ ਉਹੀ ਹੈ, ਭਗਤ ਸ਼ਬਦ ਦਾ ਭਾਵ ਵੀ ਉਹੀ ਹੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਕਿਸੇ ਦਾ ਵਿਸ਼ੇਸ਼ਣ ਬਦਲਿਆ ਨਹੀਂ। ਇਹ ਪ੍ਰਮਾਣ ਹੈ ਸਭ ਤੋਂ ਵੱਡਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ, ਵੀ ਜਿਹੜਾ ਵਿਸ਼ੇਸ਼ਣ ਭਗਤ ਕਬੀਰ ਸਾਹਿਬ ਲਈ ਭਗਤ ਵਰਤਿਆ ਜਾਂਦਾ ਸੀ, ਮਹਾਰਾਜ ਨੇ ਜਿਉਂਦਾ ਤਿਉਂ ਰੱਖਿਆ, ਉਹਨੂੰ ਨਾ ਕੋਲੋਂ ਵਧਾਇਆ ਤੇ ਨਾ ਉਹਨੂੰ ਘਟਾਇਆ। ਫਰੀਦ ਸਾਹਿਬ ਜੀ ਨੂੰ ਸ਼ੇਖ ਹੀ ਕਿਹਾ ਜਾਂਦਾ ਸੀ ਉਹਨਾਂ ਦੇ ਕਲਚਰ ਵਿੱਚ, ਆਦਰ ਸਹਿਤ, ਕਿਉਂਕਿ ਉਹ ਸੂਫੀ ਫਕੀਰ ਸਨ, ਤਾਂ ਉਹਨਾਂ ਦੇ ਨਾਮ ਦਾ ਵਿਸ਼ੇਸ਼ਣ ਸ਼ੇਖ ਹੀ ਮਹਾਰਾਜ ਨੇ ਰੱਖਿਆ। ਉਹਨੂੰ ਕੱਟ ਕੇ ਭਗਤ ਨਹੀਂ ਜੋੜਿਆ ਤੇ ਨਾ ਉਹਨੂੰ ਕੋ ਵਧਾਉਣ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਨਾਮ ਦੇ ਨਾਲ ਵਿਸ਼ੇਸ਼ਣ ਹੀ ਉਹਨਾਂ ਦੀ ਕਮਾਈ ਦਾ ਸੂਚਕ ਹੈ। ਇਥੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਆਪਾਂ ਕਿਸੇ ਵੀ ਭਗਤ ਮਹਾਂਪੁਰਖ ਨੂੰ ਜੋ ਮਰਜ਼ੀ ਵਿਸ਼ੇਸ਼ਣ ਨਾਲ ਸ਼ਰਧਾ ਸਹਿਤ ਬੁਲਾ ਸਕਦੇ ਹਾਂ। ਆਪਾਂ ਉਹਨਾਂ ਨੂੰ ਮਹਾਂਪੁਰਖ ਕਹਿੰਦੇ ਹਾਂ, ਬਾਬਾ ਕਹਿੰਦੇ ਹਾਂ, ਹੋਰ ਸ਼ਬਦ ਸਾਡੇ ਕੋਲ ਆਦਰ ਸਹਿਤ ਬਹੁਤ ਨੇ। ਪਰ ਗੁਰੂ ਸਾਹਿਬ ਨੇ ਕਿਉਂ ਜਿਹੜਾ ਵਿਸ਼ੇਸ਼ਣ ਕਿਸੇ ਵੀ ਮਹਾਂਪੁਰਖ ਨਾਲ ਸ਼ੁਰੂ ਤੋਂ ਲੱਗਾ ਹੋਇਆ ਸੀ, ਉਸੇ ਨੂੰ ਉਸੇ ਰੂਪ ਵਿੱਚ ਵਰਤਿਆ ਗੁਰਬਾਣੀ ਦੇ ਅੰਦਰ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਾਣੀ ਵਿੱਚੋਂ ਸ਼ੇਖ ਫਰੀਦ ਸਾਹਿਬ ਜੀ ਦੇ ਉਚਾਰਨ ਕੀਤਾ ਹੋਇਆ ਸ਼ਲੋਕ ਮੈਂ ਸਭ ਤੋਂ ਪਹਿਲਾਂ ਇਸ ਦੇ ਅਰਥ ਭਾਵ ਆਪਾਂ ਸਮਝ ਲਈਏ। ਫਰੀਦ ਸਾਹਿਬ ਜੀ ਜ਼ਿਕਰ ਕਰਦੇ ਹਨ, ਫਰੀਦਾ ਰਤੀ ਰਤ ਨਾ ਨਿਕਲੇ। ਤੋਲ ਦਾ ਇੱਕ ਪੈਮਾਨਾ ਹੈ, ਸਭ ਤੋਂ ਸੂਖਮ ਪੈਮਾਨਾ, ਜਿਹਨੂੰ ਰਤੀ ਕਿਹਾ ਜਾਂਦਾ ਸੀ, ਉਹਨੂੰ ਰਤੀ ਜਾਂ ਰੱਤੀ ਵੀ ਕਿਹਾ ਜਾਂਦਾ ਸੀ। ਇਹ ਬੋਲਣ ਦਾ ਵਜ਼ਨ ਪੈ ਸਕਦਾ। ਰਤ ਕਹਿੰਦੇ ਨੇ ਲਹੂ ਨੂੰ, ਰਤ ਡੁੱਲਣਾ, ਰਤ ਚੋਣਾ, ਇਹਦਾ ਮਤਲਬ ਹੁੰਦਾ ਵੀ ਲਹੂ ਸਾਡੇ ਅੰਦਰ ਦੇ ਜਿਹੜਾ ਬਲੱਡ ਹੈ ਉਹਨੂੰ ਰਤ ਕਿਹਾ ਜਾਂਦਾ ਪੇਂਡੂ ਬੋਲੀ ਵਿੱਚ। ਹੁਣ ਤੁਸੀਂ ਧਿਆਨ ਦੇਣਾ, ਫਰੀਦ ਸਾਹਿਬ ਕੀ ਕਹਿੰਦੇ ਨੇ, ਫਰੀਦਾ ਰਤੀ ਰਤ ਨਾ ਨਿਕਲੇ। ਰਤੀ ਭਰ ਵੀ ਥੋੜਾ ਜਿਹਾ ਵੀ ਖੂਨ ਨਹੀਂ ਨਿਕਲਦਾ। ਜੇ ਤਨ ਚੀਰੈ ਕੋਏ, ਜੇ ਕੋਈ ਤਨ ਨੂੰ ਚੀਰ ਦੇਵੇ ਤਾਂ ਕਿਉਂ ਨਹੀਂ ਨਿਕਲਦਾ? ਇਹਦਾ ਆਨਸਰ ਕਰਦੇ ਉਹਨਾਂ ਨੇ ਲਿਖਿਆ ਵੀ ਜੋ ਸ਼ਹਿ ਰਤੇ ਆਪਣੇ ਤਿੰਨ ਤਨ ਰਤ ਨਾ ਹੋਏ। ਉਹ ਜਿਹੜੇ ਮਾਲਕ ਵਾਹਿਗੁਰੂ ਦੇ ਪ੍ਰੇਮ ਵਿੱਚ ਰਤੇ ਹੋਏ ਨੇ, ਉਹਨਾਂ ਦੇ ਤਨ ਵਿੱਚ ਰਤ ਹੁੰਦੀ ਹੀ ਨਹੀਂ। ਹੁਣ ਇਹ ਬਚਨ ਜਿਹੜਾ ਹੈ ਨਾ, ਆਪਣੇ ਆਪ ਵਿੱਚ ਜੇ ਅਸੀਂ ਇਕੱਲਾ ਇੱਥੇ ਹੀ ਗੱਲ ਅੱਖਰੀ ਅਰਥਾਂ ਤੱਕ ਸਟਾਪ ਕਰ ਦਈਏ, ਬੜੇ ਵੱਡੇ ਸਵਾਲਾਂ ਦੇ ਭਵਰ ਸਾਡੇ ਮਨ ਵਿੱਚ ਲੈ ਕੇ ਆਏਗਾ ਵੀ ਲਹੂ ਤੋਂ ਬਿਨਾਂ ਸਰੀਰ ਕਿਵੇਂ ਜਿਉਂਦਾ ਰਹਿ ਸਕਦਾ? ਇਹ ਤਾਂ ਸਰੀਰ ਦਾ, ਲਹੂ ਦਾ ਸਰੀਰ ਵਿੱਚ ਹੋਣਾ, ਇਹ ਤਾਂ ਇੱਕ ਕੁਦਰਤੀ ਵਰਤਾਰਾ ਹੈ। ਤੇ ਸਰੀਰ ਨੂੰ ਚੀਰਿਆ ਜਾਏ ਤੇ ਵਿੱਚ ਲਹੂ ਹੋਵੇ ਹੀ ਨਾ, ਇਹ ਵੀ ਬੜੀ ਅਜੀਬ ਪ੍ਰਕਿਰਿਆ ਹੈ। ਫਿਰ ਇਸ ਚੀਜ਼ ਦਾ ਰੱਬ ਨੂੰ ਮੰਨਣ ਨਾਲ ਕੀ ਸੰਬੰਧ ਹੈ? ਵੀ ਜਿਹੜਾ ਬੰਦਾ ਪਰਮੇਸ਼ਰ ਨਾਲ ਜੁੜ ਜਾਂਦਾ ਹੈ ਜਾਂ ਰੱਬ ਦੇ ਪਿਆਰ ਵਿੱਚ ਰਤਿਆ ਜਾਂਦਾ ਹੈ, ਕਿ ਉਹਦਾ ਲਹੂ ਸੁੱਕ ਜਾਂਦਾ ਹੈ? ਉਹਦੇ ਭਗਤ ਜਾਂ ਉਹਦੇ ਸੰਤ ਹੋਣ ਦਾ, ਉਹਦਾ ਜੇ ਰੱਬ ਦੇ ਨੇੜੇ ਹੋਣ ਦਾ ਇਹ ਕੀ ਪ੍ਰਮਾਣ ਹੋਇਆ? ਇਹ ਤਾਂ ਕੋਈ ਪ੍ਰਮਾਣ ਨਾ ਹੋਇਆ ਵੀ ਜੇ ਤੇਰੇ ਤਨ 'ਚ ਲਹੂ ਹੈ ਤੇ ਇਹਦਾ ਮਤਲਬ ਤੂੰ ਰੱਬ ਨਾਲ ਰਤਿਆ ਹੋਇਆ ਨਹੀਂ, ਤੇ ਜੇ ਤੇਰਾ ਲਹੂ ਸੁੱਕ ਗਿਆ ਬੋਡੀ ਦਾ ਤੇ ਇਹਦਾ ਮਤਲਬ ਤੂੰ ਰੱਬ ਨਾਲ ਰਤਿਆ ਹੋਇਆ। ਇਹ ਕੀ ਪ੍ਰਮਾਣ ਹੋਇਆ? ਇਹ ਕਿੱਥੋਂ ਲੱਭਿਆ ਜਾਏਗਾ? ਅਸੀਂ ਤੇ ਬੜੇ ਮਹਾਨ ਪੁਰਖਾਂ ਦੇ ਬਚਨ ਇਤਿਹਾਸ ਵਿੱਚੋਂ ਉਹਨਾਂ ਦੀ ਤਾਰੀਖ ਨੂੰ ਪੜ੍ਹਦਿਆਂ ਹੀ ਪੜ੍ਹਿਆ ਵੀ ਉਹਨਾਂ ਨੇ ਆਪਣੀ ਰਤ ਡੋਲ ਕੇ ਸੰਸਾਰ ਦੇ ਅੰਦਰ ਸੱਚ, ਅਮਨ, ਧਰਮ, ਸਚਾਈ ਦਾ ਪੈਗਾਮ ਦਿੱਤਾ। ਫਿਰ ਉਹਨਾਂ ਦੇ ਤਨ ਵਿੱਚ ਤਾਂ ਰਤ ਸੀ,
बड़े ऐसियां ਜਿਹੜੀਆਂ ਸਾਡੇ ਮਨ ਅੰਦਰ ਚੀਜ਼ਾਂ ਆਉਣਗੀਆਂ। ਇਸੇ ਸ਼ਲੋਕ ਦੀ ਵਿਆਖਿਆ ਜਿਹੜੀ ਹੈ ਤੀਸਰੇ ਪਾਤਸ਼ਾਹ ਮਹਾਰਾਜ ਨੇ ਦਰਜ ਕੀਤੀ। ਇੱਥੇ ਮੈਂ ਸੰਖੇਪ ਵਿੱਚ ਇੱਕ ਗੱਲ ਕਹਾਂ ਕਿ ਐਸਾ ਨਹੀਂ ਕਿ ਫਰੀਦ ਸਾਹਿਬ ਜੀ ਦੀ ਕਿਸੇ ਗੱਲ ਦੇ ਵਿਰੋਧ ਵਿੱਚ ਤੀਸਰੇ ਪਾਤਸ਼ਾਹ ਨੇ ਸ਼ਲੋਕ ਲਿਖਿਆ। ਇੱਕ ਤਾਂ ਅਸੀਂ ਆਪਣੇ ਮਨ ਨੂੰ ਇਹ ਚੀਜ਼ ਪਹਿਲਾਂ ਸਮਝਾ ਦਈਏ, ਫਰੀਦ ਸਾਹਿਬ ਨੇ ਵਿਆਖਿਆ ਵਿੱਚ ਸ਼ਲੋਕ ਲਿਖਿਆ। ਕਿਸੇ ਚੀਜ਼ ਦੀ ਵਿਆਖਿਆ ਕਰਨਾ ਹੋਰ ਗੱਲ ਹੈ ਤੇ ਉਹਦੀ ਵਿਰੋਧਤਾ ਕਰਨਾ ਹੋਰ ਗੱਲ ਹੈ। ਫਰੀਦ ਸਾਹਿਬ ਨੇ ਆਪਣੇ ਆਪ ਵਿੱਚ ਜੋ ਵੀ ਗੱਲ ਕਹੀ ਉਹ ਮੁਕੰਮਲ ਹੀ ਕਹੀ ਹੈ, ਪਰ ਉਹ ਵਿਆਖਿਆ ਮੰਗਦੀ ਸੀ। ਔਰ ਇੱਕ ਚੀਜ਼ ਹੋਰ, ਸੂਫੀ ਫਕੀਰਾਂ ਦੇ ਬਚਨਾਂ ਦੇ ਵਿੱਚ ਨਾ ਅਕਸਰ ਹੀ ਫਰੀਦ ਸਾਹਿਬ ਤੋਂ ਹੇਠਲੇ ਪੱਧਰ ਉੱਤੇ ਕੁਝ ਸੂਫੀ ਫਕੀਰਾਂ ਦਾ ਜ਼ਿਕਰ ਆਉਂਦਾ ਹੈ। ਤੁਸੀਂ ਪੰਜਾਬ ਦੀ ਜਿਹੜੀ ਸਾਹਿਤ ਹੈ ਉਹਦੇ ਵਿੱਚ ਸਾਈਂ ਬੁੱਲੇ ਸ਼ਾਹ ਦੇ ਕਾਫੀਆਂ ਤੇ ਉਹਨਾਂ ਦੇ ਲਿਖੇ ਹੋਏ ਜਿਹੜੇ ਲਿਖਤਾਂ ਨੇ ਉਹਨਾਂ ਨੂੰ ਪੜ੍ਹੋ। ਜਦੋਂ ਸੂਫੀ ਕਵਿਤਾ ਦੇ ਵਿੱਚ ਗੱਲ ਕਰਦੇ ਨੇ, ਕਵਿਤਾ 'ਚ ਕੁਝ ਲਿਖਦੇ ਨੇ ਤਾਂ ਉਹ ਬੜੇ ਭੇਦ ਭਰੇ ਢੰਗ ਨਾਲ ਲਿਖਦੇ ਨੇ। ਉਹਨਾਂ ਦੀ ਗੱਲ ਦੇ ਪਿੱਛੇ ਕਾਵ ਦੇ ਵਿੱਚ ਕੁਝ ਭੇਦ ਲੁਕਿਆ ਹੁੰਦਾ ਜਿਹਨੂੰ ਸਮਝਣਾ। ਐਸੇ ਗੁਰਬਾਣੀ ਵਿੱਚ ਵੀ ਨੇ। ਪਹਿਲੀ ਗੱਲ, ਕੁਝ ਚਿੰਨ੍ਹ ਵਰਤੇ ਜਾਂਦੇ ਨੇ ਕਿਸੇ ਗੱਲ ਨੂੰ ਦਰਸਾਉਣ ਲਈ। ਧਾਰਮਿਕ ਸ਼ਬਦਾਵਲੀ ਦਾ ਇਹ ਸਭ ਤੋਂ ਵੱਡਾ ਜਿਹੜਾ ਨੁਕਤਾ ਹੈ ਉਹ ਸਮਝ ਲੈਣਾ ਚਾਹੀਦਾ। ਕਿਸੇ ਵੀ ਧਰਮ ਗ੍ਰੰਥ ਨੂੰ ਸਿੱਧੇ ਰੂਪ ਵਿੱਚ ਪੜ੍ਹ ਕੇ ਉਹਦੇ ਲਫ਼ਜ਼ਾਂ ਦੇ ਉੱਤੇ ਹੂਬਹੂ ਟਿਕਿਆ ਨਹੀਂ ਜਾ ਸਕਦਾ, ਕਿਉਂਕਿ ਜਿਹੜੇ ਸ਼ਬਦਾਵਲੀ ਵਰਤੀ ਜਾਂਦੀ ਹੈ ਉਹ ਸ਼ਬਦਾਵਲੀ ਜਿਹੜੀ ਹੈ ਉਹਦੇ ਪਿੱਛੇ ਕੋਈ ਭਾਵ ਹੁੰਦਾ ਹੈ। ਜਿੰਨਾ ਚਿਰ ਉਸ ਭਾਵ ਨੂੰ ਤੁਸੀਂ ਅੱਗੇ ਨਹੀਂ ਲਿਆਓਗੇ ਕਿਸੇ ਵੀ ਸ਼ਬਦ ਦਾ, ਕਿਸੇ ਵੀ ਪੰਕਤੀ ਦਾ। ਜਿਵੇਂ ਮੈਂ ਇੱਕ ਉਦਾਹਰਣ ਦਿੰਦਾ, ਗੁਰਬਾਣੀ ਲੋਕ ਭਾਸ਼ਾ ਹੈ। ਇਹਦੇ 'ਚ ਤੁਸੀਂ 3 ਸ਼ਬਦ ਪੜੋਗੇ, ਕਾਗਦ, ਕਾਗਦ ਤੇ ਕਾਗਜ਼। ਹੁਣ ਵੇਖੋ, ਕਾਗਦ ਸ਼ਬਦ ਵੀ, ਕਾਗਦ ਕਲਮ ਨਾਲ ਲਿਖਣ ਹਾਰ, ਆਪਾਂ ਲਿਖਦੇ ਜਿੱਜੇ ਨਾਲ, ਗੁਰੂ ਸਾਹਿਬ ਨੇ ਉੱਥੇ ਲਿਖਿਆ ਦੱਦੇ ਨਾਲ। ਤੁਸੀਂ ਆਸਾ ਦੀ ਵਾਰ ਪੜੋ, ਕੱਢ ਕਾਗਲ ਦਸੇ ਰਾਹ, ਕੱਢ ਕਾਗਲ ਦਸੇ ਰਾਹ। ਵੀ ਕਾਗਜ਼ਾਂ ਦੀ ਆਪਣੀ ਪੱਤਰੀ ਚੁੱਕ ਕੇ ਉਹਦੇ ਚੋਂ ਮਹੂਰਤ ਸੋਧ, ਉੱਥੇ ਪੱਤਰੀ ਨੂੰ ਕਾਗਦ ਲਿਖਿਆ, ਕਾਗਲ ਗੱਗੇ ਨਾਲ। ਹੁਣ ਇਸੇ ਤਰ੍ਹਾਂ ਜਿਹੜਾ ਕਾਗਜ਼, ਕਾਗਦ, ਕਾਗਲ, ਕਾਦੀ ਤੇ ਕਾਜੀ, ਕਾਦੀ ਕੂੜ ਬੋੜ ਮਲ ਖਾਏ। ਅਸਲ ਸ਼ਬਦ ਹੈ ਵਜ਼ੂ ਕਰਨਾ। ਗੁਰੂ ਸਾਹਿਬ ਨੇ ਲਿਖਿਆ ਉਠ ਫਰੀਦਾ ਉਜੂ ਸਾਜ। ਹੁਣ ਇਹ ਪੰਜਾਬੀ ਦਾ ਸ਼ਬਦ ਹੈ। ਵੀ ਪੰਜਾਬੀ ਲੋਕ ਆਪਣੀ ਟੱਕਰਵੀ ਭਾਸ਼ਾ ਵਿੱਚ ਹਰ ਸ਼ਬਦ ਨੂੰ ਉਜੂ ਹੀ ਕਹਿੰਦੇ ਸਨ। ਉਹ ਕਹਿੰਦੇ ਸਨ ਉਜੂ ਸਾਜਣਾ, ਵਜ਼ੂ ਸਾਜਣਾ ਨਹੀਂ। ਜਿੱਜੇ ਪੈਰ ਬਿੰਦੀ ਵਾਲਾ ਚੱਲਣ ਬੜਾ ਚਿਰ ਬਾਅਦ ਵਿੱਚ ਪ੍ਰਚਲਿਤ ਹੋਇਆ, ਉਦੋਂ ਨਹੀਂ ਸਨ ਲੱਗਦੀ। ਤੇ ਐਸੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਭਾਸ਼ਾਈ ਪੱਖ ਤੋਂ ਜੇ ਵੇਖੀਏ। ਦੂਜੀ ਗੱਲ, ਗੁਰੂ ਸਾਹਿਬ ਨੇ ਲੋਕ ਭਾਸ਼ਾ ਨੂੰ ਵਰਤਿਆ ਤੇ ਲੋਕ ਭਾਸ਼ਾ ਨੂੰ ਵਰਤਦੇ ਉਹਨਾਂ ਮੁਹਾਵਰੇ ਵੀ ਲੋਕਾਂ ਵਾਲੇ ਵਰਤੇ। ਜਿਵੇਂ ਇੱਕ ਉਦਾਹਰਣ ਦਿੰਦਾ, ਹਰ ਨਾਮ ਨਾ ਸਿਮਰੈ ਸਾਧ ਸੰਗ ਤੈ ਤਨ ਉੱਡੈ ਖੇ। ਜਿਹੜੇ ਜੀਵ ਸਾਧ ਸੰਗ ਵਿੱਚ ਆ ਕੇ ਪਰਮੇਸ਼ਰ ਦਾ ਨਾਮ ਨਹੀਂ ਜਪਦੇ ਉਹਨਾਂ ਦੇ ਤਨ ਦੀ ਖੇ ਉੱਡਦੀ ਹੈ। ਹੁਣ ਇਸ ਦੇ ਸਿੱਧੇ ਜੇ ਤੁਸੀਂ ਪੰਕਤੀ ਦੇ ਅਰਥ ਲਓ ਤਾਂ ਜਿਹੜੇ ਨਾਮ ਜਪਦੇ ਨੇ ਪਿਆਰਿਓ, ਕੀ ਉਹਨਾਂ ਦਾ ਸਰੀਰ ਨਾਸ਼ ਨਹੀਂ ਹੋਣਾ, ਮਿੱਟੀ 'ਚ ਨਹੀਂ ਰਲਣਾ? ਉਹਨਾਂ ਲਈ ਕੋਈ ਵੱਖਰਾ ਵਿਧਾਨ ਬਣਦਾ ਕੁਦਰਤ ਵਿੱਚ? ਨਹੀਂ, ਸਰੀਰ ਤੇ ਹਰ ਇੱਕ ਦਾ ਮਿੱਟੀ ਹੋਣਾ। ਐਸਾ ਗੁਰੂ ਸਾਹਿਬ ਨੇ ਬਾਣੀ 'ਚ ਲਿਖਿਆ ਵੀ ਜਬ ਜਲੀਆ ਤਬ ਹੋਏ ਭਸਮ ਤਨ ਰਹਿ ਕਿਰਮ ਦਲ ਖਾਈ। ਜਾਂ ਇਹ ਸਰੀਰ ਇਹ ਮਾਟੀ ਕੋ ਪੁੱਤਰਾ, ਇਹਨੂੰ ਖੁਦ ਹੀ ਤਸਲੀਮ ਕੀਤਾ ਭਗਤ ਸਾਹਿਬਾਨ ਨੇ। ਇਹ ਤਾਂ ਮਿੱਟੀ ਦਾ ਪੁਤਲਾ, ਇਹਨੇ ਮਿੱਟੀ 'ਚ ਰਲਣਾ। ਪਰ ਇੱਥੇ ਗੁਰੂ ਸਾਹਿਬ ਬਾਣੀ 'ਚ ਕਹਿ ਰਹੇ ਹਰ ਨਾਮ ਨਾ ਸਿਮਰੈ ਸਾਧ ਸੰਗ ਤੈ ਤਨ ਉੱਡੈ ਖੇ। ਵੀ ਉਹਨਾਂ ਦੇ ਤਨ ਦੀ ਖੇ ਉੱਡ ਜਾਂਦੀ, ਉਹ ਖੇ ਬਣ ਜਾਂਦਾ। ਹੁਣ ਕਈ ਜਗ੍ਹਾ ਤੇ ਐਸਾ ਟਪਲਾ ਲੱਗਿਆ ਵੀ ਅਸੀਂ ਇਸ ਦੇ ਅਰਥ ਮੁਹਾਵਰੇ, ਭਾਸ਼ਾਈ ਮੁਹਾਵਰੇ ਨੂੰ ਸਮਝਣ ਦੀ ਬਜਾਏ ਸਿੱਧਾ ਕਿਹਾ ਵੀ ਜਿਹੜੇ ਭਾਈ ਪਰਮੇਸ਼ਰ ਦਾ ਨਾਮ ਨਹੀਂ ਨਾ ਸਾਧ ਸੰਗ ਵਿੱਚ ਜਪਦੇ ਉਹਨਾਂ ਦਾ ਤਨ ਮਿੱਟੀ ਹੁੰਦਾ। ਕਿਹਦਾ ਨਹੀਂ ਹੁੰਦਾ? ਹੁਣ ਅਗਲਾ ਸਵਾਲ ਹੈ ਵੀ ਹੁੰਦਾ ਕਿਹਦਾ ਨਹੀਂ? ਕਿ ਨਾਮ ਜਪਣ ਵਾਲਿਆਂ ਦਾ ਤਨ ਜਿਉਂਦਾ ਰਹਿੰਦਾ? ਕਿ ਉਹਦੇ ਲਈ ਕੋਈ ਕੁਦਰਤ ਵਿੱਚ ਵੱਖਰੇ ਨਿਯਮ, ਵਿਧਾਨ, ਕਾਨੂੰਨ ਬਣੇ ਹੋਏ ਨੇ? ਤਾਂ ਇੱਥੇ ਇੱਕ ਮੁਹਾਵਰਾ ਹੈ ਪੰਜਾਬੀ ਦਾ। ਉਹ ਕੀ ਹੈ? ਵੀ ਇਹਨੇ ਮੇਰੀ ਮਿੱਟੀ ਉਡਾਈ ਹੈ, ਮੇਰੀ ਖੇ ਉਡਾਈ ਹੈ। ਭਾਵ ਜ਼ਲੀਲ ਕੀਤਾ ਹੈ, ਬੇਅਦਬ ਕੀਤਾ ਹੈ, ਨਸ਼ਰ ਕੀਤਾ ਹੈ, ਬਦਨਾਮ ਕੀਤਾ ਹੈ। ਇਹ ਚੀਜ਼ ਕਦੋਂ ਹੁੰਦੀ ਹੈ? ਜਦੋਂ ਕੋਈ ਬਹੁਤ ਵੱਡਾ ਦੋਸ਼ ਸਾਡੇ ਸਿਰ ਲੱਗਦਾ ਹੈ।
ਉਸ ਦੋਸ਼ ਦਾ ਸਦਕਾ ਚਾਰ ਫੇਰੇ ਜਦੋਂ ਸਾਡੀ ਚਰਚਾ ਹੁੰਦੀ ਹੈ, ਉਸ ਦੋਸ਼ ਸਦਕਾ ਜਿਹੜੀ ਚਰਚਾ ਹੁੰਦੀ ਹੈ, ਲੋਕਾਂ ਦੀਆਂ ਨਜ਼ਰਾਂ ਵਿੱਚ ਸਾਡਾ ਮਿਆਰ ਡਿੱਗ ਪੈਂਦਾ ਹੈ, ਉਹਨੂੰ ਅਸੀਂ ਕਹਿੰਦੇ ਮੇਰੀ ਮਿੱਟੀ ਉੱਡ ਰਹੀ। ਗੁਰੂ ਸਾਹਿਬ ਨੇ ਬੜੇ ਖੂਬਸੂਰਤ ਅੰਦਾਜ਼ ਵਿੱਚ ਮੁਹਾਵਰੇ ਨੂੰ ਵਰਤ ਕੇ ਭਾਵ ਨੂੰ ਬਿਆਨ ਕੀਤਾ ਵੀ ਜਿਹੜੇ ਗੁਰੂ ਦੀ ਸੰਗਤ ਵਿੱਚ ਆ ਕੇ ਪਰਮੇਸ਼ਰ ਦੇ ਨਾਮ ਗੁਣਾ ਦਾ ਜੀਵਨ ਧਾਰਨ ਨਹੀਂ ਕਰਦੇ, ਵਿਕਾਰ ਉਹਨਾਂ ਨੂੰ ਸਾਰੇ ਸੰਸਾਰ ਵਿੱਚ ਬੇਪਤ ਤੇ ਜਲੀਲ ਕਰਦੇ। ਉਹਨਾਂ ਦੇ ਤਨ ਦੀ ਤਨ ਦਾ ਅਰਥ ਇੱਥੇ ਜੀਵਨ, ਉਹਨਾਂ ਦੇ ਜੀਵਨ ਦੀ ਮਿੱਟੀ ਉੱਡ ਗਈ। ਹੁਣ ਤੁਸੀਂ ਵੇਖੋ, ਜਿਹੜੇ ਬੰਦੇ ਦੇ ਅੰਦਰ ਈਰਖਾ ਹੈ, ਉਹ ਆਪਣੀ ਮਿੱਟੀ ਆਪ ਹੀ ਉਡਾਏਗਾ, ਉਹਨੂੰ ਬੇਪਤ ਕਰਨ ਦੀ ਲੋੜ ਨਹੀਂ। ਉਹਨੇ ਜਿੱਥੇ ਜਾਣਾ ਹੈ, ਜਿਹਦੇ ਨਾਲ ਵਰਤਣਾ ਹੈ, ਉਸੇ ਬੰਦੇ ਦੇ ਨਾਲ ਉਹਦੇ ਅੰਦਰ ਦਾ ਜਿਹੜਾ ਰੋਗ ਹੈ ਨਾ ਉਹਦਾ, ਇਹ ਈਰਖਾ ਦਾ, ਉਹਨੂੰ ਬੇਪਤ ਆਪੇ ਕਰੀ ਜਾਣਾ। ਜਾਨੀ ਕਿ ਆਪਣੇ ਜਲੀਲ ਹੋਣ ਦਾ ਸਮਾਨ ਬੰਦੇ ਨੇ ਨਾਲ ਬੰਨਿਆ ਹੋਇਆ। ਹੁਣ ਬੰਦਾ ਚੁਗਲੀ ਕਰੇ, ਨਿੰਦਾ ਕਰੇ, ਬੰਦਾ ਝੂਠ ਬੋਲੀ ਜਾਏ, ਬੇਈਮਾਨੀਆਂ ਕਰੀ ਜਾਏ, ਇਹ ਹੁਣ ਸਾਰੀਆਂ ਚੀਜ਼ਾਂ ਬੰਦਾ ਇੱਕ ਵਾਰ ਜਿਹੜਾ ਧੋਖਾ ਖਾਏਗਾ, ਉਹ ਕਿੰਨੇ ਬੰਦਿਆਂ ਨੂੰ ਅੱਗੇ ਦੱਸੇਗਾ ਵੀ ਇਸ ਬੰਦੇ ਨੇ ਮੇਰੇ ਨਾਲ ਚੰਗੀ ਨਹੀਂ ਕੀਤੀ। ਹੁਣ ਉਸ ਬੰਦੇ ਦੀ, ਉਸ ਇਨਸਾਨ ਦੀ ਜਲਾਲਤ ਜਿਹੜੀ ਹੈ, ਉਹਦਾ ਸਾਜੋ ਸਮਾਨ ਤਾਂ ਉਹਦੇ ਨਾਲ ਹੀ ਹੈ, ਉਹਦੇ ਅੰਦਰ। ਇਸੇ ਨੂੰ ਗੁਰੂ ਪਾਤਸ਼ਾਹ ਨੇ ਪਤਾ ਇਹਨਾਂ ਨੂੰ 5 ਵੈਰੀ ਕਿਉਂ ਲਿਖਿਆ। ਵੈਰੀ ਕੀ ਕਰਦਾ? ਤੁਹਾਨੂੰ ਨੁਕਸਾਨ ਹੀ ਪਹੁੰਚਾਉਂਦਾ ਹੈ। ਵੈਰੀ ਦਾ ਅਰਥ ਹੀ ਹੈ ਵੀ ਜਿਹੜਾ ਜਿਹਦੇ ਤੋਂ ਤੁਹਾਨੂੰ ਖਤਰਾ ਹੋਵੇ, ਤੁਹਾਨੂੰ ਨੁਕਸਾਨ ਜਿਹੜਾ ਪਹੁੰਚਾਉਂਦਾ ਹੋਵੇ, ਉਹ ਵੈਰੀ। ਗੁਰੂ ਸਾਹਿਬ ਨੇ ਵਿਕਾਰਾਂ ਨੂੰ ਵੈਰੀ ਪਤਾ ਕਿਉਂ ਲਿਖਿਆ? ਅਸੀਂ ਸਾਰੀ ਉਮਰ ਇੱਜ਼ਤ ਭਾਲਦੇ ਰਹਿੰਦੇ ਹਾਂ ਤੇ ਇਹਨਾਂ ਦੇ ਹੱਥੋਂ ਅਸੀਂ ਜਲੀਲ ਹੋ ਕੇ ਬੇਅਦਬ ਹੋ ਜਾਂਦੇ ਹਾਂ। ਚਾਹੁੰਦੇ ਅਸੀਂ ਇਹ ਹੁੰਦੇ ਹਾਂ ਵੀ ਸਾਡੀ ਸੰਸਾਰ ਇੱਜ਼ਤ ਕਰੇ, ਤੇ ਅਸੀਂ ਸਾਰੇ ਦਾ ਸਾਰੀ ਮਿਹਨਤ ਜਿਹੜੀ ਆ ਉਹ ਸੰਸਾਰ ਕੋਲੋਂ ਸਨਮਾਨ ਲੈਣ ਦੀ ਕਰਦੇ ਰਹਿੰਦੇ ਆ। ਪਰ ਇਹ ਤੇ ਪਛਾਣਦੇ ਹੀ ਨਹੀਂ ਵੀ ਸਾਨੂੰ ਸਨਮਾਨ ਮਗਰ ਦੌੜਨ ਦੀ ਲੋੜ ਨਹੀਂ। ਜਿਹੜੀ ਚੀਜ਼ ਨੇ ਸਾਨੂੰ ਸੰਸਾਰ ਦੇ ਵਿੱਚ ਬੇਅਦਬ ਕਰਾਉਣਾ ਹੈ, ਸਾਡੀ ਬੇਪਤੀ ਕਰਾਉਣੀ, ਉਹ ਔਗਣ ਕੱਢ ਦਈਏ ਆਪਣੇ ਅੰਦਰ। ਬਸ ਇਹ ਫਰਕ ਹੈ, ਐਂਗਲ ਬਦਲਣ ਦੀ ਗੱਲ ਹੈ ਵੀ ਆਪਣੇ ਜੀਵਨ ਦਾ ਅਸੀਂ ਐਂਗਲ ਇਹ ਸੈੱਟ ਕੀਤਾ, ਫਲਾਨਾ ਵੀ ਮੈਨੂੰ ਚੰਗਾ ਆਖੇ, ਫਲਾਨਾ ਵੀ ਆਖੇ, ਪਰ ਇਹ ਐਂਗਲ ਸੈੱਟ ਨਹੀਂ ਕੀਤਾ ਵੀ ਪਹਿਲੀ ਗੱਲ ਮੈਂ ਆਪਣੇ ਅੰਦਰੋਂ ਇਹ ਕੱਢਾਂ ਵੀ ਸਤਿਕਾਰ ਦੀ ਭੀਖ ਮੰਗਣ ਦੀ ਬਜਾਏ, ਹਰ ਇੱਕ ਬੰਦੇ ਕੋਲੋਂ ਆਸ ਉਮੀਦ ਕਰਨ ਦੀ ਬਜਾਏ, ਵੀ ਉਹਦੇ ਤੇ ਡਿਪੈਂਡ ਹੋਣ ਦੀ ਬਜਾਏ, ਵੀ ਕਿਤੇ ਇਹ ਨਾ ਹੋਵੇ ਵੀ ਮੈਂ 4 ਬੰਦਿਆਂ ਤੋਂ ਸਤਿਕਾਰ ਲਵਾਂ ਤੇ 400 ਬੰਦਾ ਮੇਰੇ ਔਗਣ ਵੱਲ ਵੇਖ ਕੇ ਥੂ ਕਰੇ। ਇਹਦੇ ਨਾਲੋਂ ਚੰਗਾ ਮੈਂ ਦੂਜੇ ਪੱਖ ਉੱਤੇ ਜ਼ੋਰ ਦਿਆਂ। ਗੁਰੂ ਨਾਨਕ ਮਹਾਰਾਜ ਨੇ ਜਾਂ ਐਸੇ ਮਹਾਨ ਸਤਿਪੁਰਖਾਂ ਨੇ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਉਹਨਾਂ ਕਿਸੇ ਨੂੰ ਆਖਿਆ ਨਹੀਂ ਸਾਡਾ ਸਤਿਕਾਰ ਕਰੋ। ਜਿਨ੍ਹਾਂ ਨੇ ਉਹਨਾਂ ਦਾ ਸਤਿਕਾਰ ਕੀਤਾ ਉਹਨਾਂ ਦੇ ਗੁਨਾਹ ਕਰਕੇ ਕੀਤਾ, ਤੇ ਜਿਨ੍ਹਾਂ ਨਹੀਂ ਕੀਤਾ ਉਹਨਾਂ ਆਪਣੀ ਅਗਿਆਨਤਾ ਕਰਕੇ ਨਹੀਂ ਕੀਤਾ। ਦੋਵਾਂ ਪੱਖਾਂ ਨੂੰ ਸਮਝ ਲਈਏ। ਖੈਰ ਇੱਥੇ ਸ਼ੇਖ ਫਰੀਦ ਸਾਹਿਬ ਜੀ ਬਿਆਨ ਕਰਦੇ ਨੇ, ਜੋ ਤਨ ਰਤੇ ਰੱਬ ਸਿਉ। ਹੁਣ ਅੱਗੇ ਜਾ ਕੇ ਸ਼ਬਦ ਵਰਤਿਆ ਹੈ ਤੀਸਰੇ ਪਾਤਸ਼ਾਹ ਮਹਾਰਾਜ ਗੁਰੂ ਅਮਰਦਾਸ ਸਾਹਿਬ ਦਾ ਸ਼ਲੋਕ ਹੈ, 52 ਨੰਬਰ ਸ਼ਲੋਕ। ਇਹ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ। ਇਹ ਭਾਈ, ਇਹ ਸਾਰਾ ਸਰੀਰ ਹੀ ਲਹੂ ਨਾਲ ਚੱਲ ਰਿਹਾ ਹੈ। ਲਹੂ ਤੋਂ ਬਿਨਾਂ, ਰਤ ਤੋਂ ਬਿਨਾਂ ਸਰੀਰ ਦੀ ਹੋਂਦ ਕਾਇਮ ਹੀ ਨਹੀਂ ਰਹਿ ਸਕਦੀ। ਇਹ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ। ਜੋ ਤਨ ਰਤੇ ਰੱਬ ਸੇ। ਜਿਹੜੇ ਮਾਲਕ ਵਾਹਿਗੁਰੂ ਦੇ ਪ੍ਰੇਮ ਵਿੱਚ, ਜੋ ਸ਼ਹਿ ਦਾ ਅਰਥ ਹੈ ਖਸਮ, ਖਸਮ ਦੇ ਪ੍ਰੇਮ ਵਿੱਚ ਰਤੇ ਨੇ। ਕਿਹੜੀ ਰਤ ਨਹੀਂ ਹੁੰਦੀ ਉਹਨਾਂ ਚ? 3 ਤਨ ਲੋਭ ਰਤ ਨਾ ਹੋਵੇ। ਇੱਥੇ ਉਹਨਾਂ ਨੇ ਐਕਸਪਲੇਨ ਕੀਤਾ ਵੀ ਫਰੀਦ ਸਾਹਿਬ ਦਾ ਤਤ ਭਾਵ ਇਸ ਜਗ੍ਹਾ ਦੇ ਉੱਤੇ ਲੋਭ ਰੂਪੀ ਰਤ ਤੋਂ ਹੈ, ਨਾ ਕਿ ਸਾਡੇ ਸਰੀਰ ਦੇ ਅੰਦਰ ਜਿਹੜਾ ਖੂਨ ਦਾ ਸੰਚਾਰ ਚੱਲ ਰਿਹਾ ਇਹਦੇ ਤੋਂ ਹੈ। ਤੀਸਰੇ ਪਾਤਸ਼ਾਹ ਨੇ ਉਹਦੀ ਵਿਆਖਿਆ ਕਰ। ਕੁਝ ਸ਼ਲੋਕ ਐਸੇ ਵੀ ਆਉਂਦੇ ਨੇ ਜਿਨ੍ਹਾਂ ਦੀ ਵਿਆਖਿਆ, ਜਿਵੇਂ ਇੱਕ ਸ਼ਲੋਕ ਆਉਂਦਾ ਹੈ, ਫਰੀਦਾ ਕਾਲੀ ਜਿਨੀ ਨਾ ਰਾਵਿਆ ਧੌੜੀ ਰਾਵੈ ਕੋਏ, ਕਰ ਸਾਈ ਸੋ ਪਿਰਹੜੀ ਰੰਗ ਨਵੇਲਾ ਹੋ। ਤੇ ਉਹਨਾਂ ਸ਼ਬਦ ਇਹ ਵਰਤੇ ਵੀ ਕੋਏ ਦਾ ਮਤਲਬ ਕੋਈ ਵਿਰਲਾ। ਹੁਣ ਤੀਸਰੇ ਪਾਤਸ਼ਾਹ ਦਾ ਤਾਂ ਤਜਰਬਾ ਹੀ ਬੜਾ ਗਹਿਰਾ ਸੀ ਇਸ ਪੱਖ ਵਿੱਚ। ਉਹਨਾਂ ਨੇ ਫਿਰ ਆਪਣੇ ਤਜਰਬੇ ਨੂੰ ਸ਼ਲੋਕ ਦੇ ਵਿੱਚ ਪਰੋ ਕੇ ਨਾਲ ਦਰਜ ਕੀਤਾ, ਫਰੀਦਾ ਕਾਲੀ ਧੌੜੀ ਸਾਹਿਬ ਸਦਾ ਹੈ, ਜੇ ਕੋ ਚਿਤ ਕਰੇ ਆਪਣਾ ਲਾਇਆ ਪਿਰਮ ਨਾ ਲੱਗਈ, ਜੇ ਲੋਚੈ ਸਭ ਕੋਏ। ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈਂ ਦੇ। ਇਸੇ ਤਰ੍ਹਾਂ ਪੰਜਵੇਂ ਪਾਤਸ਼ਾਹ ਦਾ ਵੀ ਇੱਕ ਸ਼ਲੋਕ ਆਉਂਦਾ ਹੈ। ਖੈਰ ਇਸ ਸ਼ਲੋਕ ਵਿੱਚ ਫਰੀਦ ਸਾਹਿਬ ਦੇ ਸ਼ਲੋਕ ਦੀ ਵਿਆਖਿਆ ਕਰਦਿਆਂ ਕਹਿੰਦੇ ਨੇ, 3 ਤਨ ਲੋਭ ਰਤ ਨਾ ਹੋਏ। ਇਹ ਥੇ ਅੰਦਰ ਦੇ ਲੋਭ ਰੂਪੀ ਰਤ ਦੀ ਗੱਲ ਹੈ। ਸਾਡੀ ਜਦੋਂ ਸਾਡੇ ਜੀਵਨ ਨੂੰ ਚਲਾਉਣ ਦੀ ਕਿਰਿਆ ਲੋਭ ਤੇ ਆਧਾਰਿਤ ਹੋ ਜਾਏ,
ਹੁਣ ਇੱਥੇ ਲੋਭ ਦਾ ਤੇ ਲੋੜ ਦਾ ਫਰਕ ਸਮਝਣਾ। ਅਸੀਂ ਚਾਹੁੰਦੇ ਹੁੰਦੇ ਆ ਕਈ ਵਾਰ ਤੰਗ ਹੋ ਕੇ ਵੀ ਅਸੀਂ ਆਪਣੇ ਲਈ ਮਿਹਨਤ ਕਰਦੇ ਹਾਂ, ਸਰੀਰ ਵੀ ਸਾਥ ਨਹੀਂ ਦੇ ਰਿਹਾ ਹੁੰਦਾ, ਕਈ ਗੱਲਾਂ ਮਜਬੂਰੀਆਂ ਵੀ ਹੁੰਦੀਆਂ ਨੇ। ਇਹ ਕੋਈ ਲੋਭ ਨਹੀਂ। ਲੋਭ ਕੀ ਹੈ? ਜਦੋਂ ਸਾਡੇ ਮਨ ਅੰਦਰ ਆਪਣੀ ਕਿਰਤ ਕਮਾਈ ਤੋਂ ਵੱਧ ਕੇ, ਜਾਂ ਇਉਂ ਕਹਿ ਲਓ ਵੀ ਆਪਣੀ ਸਮਰੱਥਾ ਤੋਂ ਵੱਧ ਕੇ, ਜਾਂ ਜਿੰਨੀ ਸਾਨੂੰ ਕਿਰਤ ਕਰਨੀ ਚਾਹੀਦੀ ਉਹਦੇ ਤੋਂ ਵੱਧ ਕੇ, ਜਦੋਂ ਜਿਹਨੂੰ ਅਸੀਂ ਸ਼ਾਰਟਕਟ ਕਹਿ ਲਈਏ ਸੰਖੇਪ 'ਚ, ਵੀ ਅਸੀਂ ਸ਼ਾਰਟਕਟ ਰਸਤਾ ਲੱਭਦੇ ਹਾਂ ਵੀ ਸਿੱਧੇ ਰੂਪ ਵਿੱਚ ਸਾਡਾ ਕਿਸੇ ਵੱਡੀ ਚੀਜ਼ ਨੂੰ ਹੱਥ ਪੈ ਜਾਏ। ਜਿਵੇਂ ਬੰਦੇ ਨੂੰ ਉਹਦੀ ਬੋਡੀ ਜਿੰਨਾ ਚਾਹੁੰਦੀ ਹੈ, ਉਹ ਲਾਲਚ ਵਸ ਖਾ ਰਿਹਾ, ਸਵਾਦ ਵਸ, ਉਹ ਲੋਭ 'ਚ ਆਏਗਾ। ਪਹਿਲੀ ਚੀਜ਼ ਜਦੋਂ ਤੱਕ ਉਹਦੇ ਸਰੀਰ ਦੀ ਲੋੜ ਸੀ ਨਾ, ਉਹ ਲੋੜ ਤੱਕ ਹੈ, ਉਹਨੂੰ ਲੋਭ ਨਹੀਂ ਕਿਹਾ ਬਾਣੀ ਨੇ। ਜਦੋਂ ਆਪਣੀ ਲੋੜ ਦੇ ਲੈਵਲ ਤੋਂ ਉਹ ਤਾਂ ਚਲਿਆ ਗਿਆ ਤੇ ਉਦੋਂ ਲੋਭੀ ਹੋ ਗਿਆ। ਉਹ ਜ਼ੁਬਾਨ ਦਾ ਲੋਭ ਵੀ ਹੋ ਸਕਦਾ ਹੈ, ਅੱਖ ਦਾ ਲੋਭ ਵੀ ਹੋ ਸਕਦਾ ਹੈ, ਕੰਨ ਦਾ ਲੋਭ ਵੀ ਹੋ ਸਕਦਾ ਹੈ, ਉਹ ਬੋਲਣ ਦਾ ਲੋਭ ਵੀ ਹੋ ਸਕਦਾ ਹੈ ਤੇ ਸੁਣਨ ਦਾ ਵੀ ਹੋ ਸਕਦਾ ਹੈ, ਉਹ ਜੇਬਾਂ ਭਰਨ ਦਾ ਵੀ ਹੋ ਸਕਦਾ ਹੈ। ਉਹ ਸਾਰੀਆਂ ਚੀਜ਼ਾਂ ਲੋਭ ਵਿੱਚ ਹੀ ਆਉਂਦੀਆਂ। ਤੋ ਗੁਰੂ ਸਾਹਿਬ ਨੇ ਕਿਹਾ ਵੀ ਤਿੰਨ ਤਨ ਲੋਭ ਰਤ ਨਾ ਹੋਏ। ਫਿਰ ਅੱਗੇ ਬੜਾ ਪਿਆਰਾ ਨੁਕਤਾ ਬਿਆਨ ਕੀਤਾ, ਭੈ ਪੈ ਤਨ ਖੀਣ ਹੋਏ, ਲੋਭ ਰਤ ਵਿੱਚੋਂ ਜਾਏ। ਭੈ ਦਾ ਅਰਥ ਹੈ ਗੁਰਬਾਣੀ ਦੇ ਵਿੱਚ ਦੋ ਨੇ, ਇੱਕ ਤਾਂ ਇੱਕ ਜਗ੍ਹਾ ਤੇ ਡਰ, ਇੱਕ ਜਗ੍ਹਾ ਤੇ ਅਦਬ। ਡਰ ਤੇ ਅਦਬ ਵਿੱਚ ਇੰਨਾ ਹੀ ਡਿਫਰੈਂਸ ਹੈ ਵੀ ਜਿਵੇਂ ਕੋਈ ਟੀਚਰ ਪੜ੍ਹਾਉਣ ਆਉਂਦਾ ਹੈ ਨਾ ਕਲਾਸ ਵਿੱਚ, ਤੇ ਆਪਾਂ ਸਾਰੇ ਸਕੂਲਾਂ ਚੋਂ ਨਿਕਲ ਕੇ ਆਏ ਆ, ਬਹੁਤਾ ਸਾਡੇ ਮਨਾਂ ਦੇ ਉੱਤੇ ਸਾਡੇ ਪੜ੍ਹਾਉਣ ਵਾਲਿਆਂ ਦਾ ਇੱਕ ਡਰ ਹੀ ਰਿਹਾ, ਕਿਉਂਕਿ ਉਹ ਵੀ ਵਕਤ ਸਨ ਜਦੋਂ ਸਾਡੇ ਅਧਿਆਪਕ ਡੰਡਾ ਲੈ ਕੇ ਹੀ ਕਲਾਸ 'ਚ ਵੜਦੇ ਸਨ। ਉਦੋਂ ਸਿਸਟਮ ਇਹ ਸੀ ਵੀ ਇਹਨਾਂ ਨੂੰ ਇੱਕ ਦਾਇਰੇ 'ਚ ਰੱਖ, ਉਹਨਾਂ ਦੇ ਹੱਥ ਦਾ ਡੰਡਾ ਜਿਹੜਾ ਸੀ ਨਾ, ਉਹ ਸਾਨੂੰ ਕੁਸਕਣ ਹੀ ਨਹੀਂ ਸੀ ਦਿੰਦਾ। ਉਹਨਾਂ ਦਾ ਜਿਹੜਾ ਪਹਿਲਾ ਇੰਪ੍ਰੈਸ਼ਨ ਸਾਡੇ ਉੱਤੇ ਜਾਂਦਾ ਸੀ, ਉਹ ਕਸਾਈਆਂ ਵਾਲਾ ਜਾਂਦਾ ਸੀ, ਟੀਚਰਾਂ ਵਾਲਾ, ਸਿਖਾਉਣ ਵਾਲਿਆਂ ਵਾਲਾ ਨਹੀਂ ਸੀ ਜਾਂਦਾ। ਇਸ ਕਰਕੇ ਪ੍ਰੈਸ਼ਰਾਈਜ਼ ਹੋ ਕੇ, ਇਹ ਤਾਂ ਉਵੇਂ ਦੀ ਗੱਲ ਹੈ ਵੀ ਜਿਵੇਂ ਤੁਸੀਂ ਬੱਕਰੀ ਦੇ ਲਾਗੇ ਸ਼ੇਰ ਬੰਨ੍ਹ ਕੇ ਤੇ ਉਹਨੂੰ ਘਾਹ ਦੀ ਪੰਡ ਪਾ ਦਿਓ, ਉਹ ਸ਼ੇਰ ਵੱਲ ਜ਼ਿਆਦਾ ਵੇਖੇਗੀ, ਘਾਹ ਨਹੀਂ ਖਾਏਗੀ, ਉਹਦੀ ਭੁੱਖ ਹੀ ਮਰ ਜਾਣੀ ਹੈ। ਤਾਂ ਸਿੱਖਣ ਦਾ ਜਿਹੜਾ ਮਾਦਾ ਹੈ, ਇੱਕ ਸਿਸਟਮ ਰਿਹਾ। ਐਸੀ ਗੱਲ ਨਹੀਂ ਕਿ ਸਾਰੇ ਅਧਿਆਪਕ ਹੀ ਇਸ ਤਰ੍ਹਾਂ ਦੇ ਹੁੰਦੇ ਸਨ, ਪਰ ਜਿਨ੍ਹਾਂ ਦਾ ਇੱਕ ਤਾਂ ਹੁੰਦਾ ਸੀ ਡਰ, ਉਹ ਆਪਣੇ ਡੰਡੇ ਨਾਲ ਰੂਲ ਮਨਾਉਂਦਾ ਰਹਿੰਦਾ। ਮੇਰੇ ਆਉਣ ਤੋਂ ਪਹਿਲਾਂ ਤੁਸੀਂ ਐਵੇਂ ਬੈਠੇ ਹੋਣੇ ਚਾਹੀਦੇ ਹੋ, ਤੁਹਾਨੂੰ ਇਸ ਤਰ੍ਹਾਂ ਆਪਣੀ ਕਿਤਾਬ ਸਾਹਮਣੇ ਰੱਖਣੀ ਚਾਹੀਦੀ ਹੈ, ਤੁਹਾਨੂੰ ਐਵੇਂ ਉੱਠ ਕੇ ਖਲੋਣਾ ਚਾਹੀਦਾ। ਇਹ ਸਾਰੀਆਂ ਗੱਲਾਂ ਹੁਣ ਆਦਰ ਤੇ ਉਹਨਾਂ ਦਾ ਵੀ ਕਰੀਦਾ ਸੀ, ਪਰ ਉਹਨਾਂ ਚਿਰ ਜਿੰਨਾ ਚਿਰ ਅਸੀਂ ਉਹਨਾਂ ਦੇ ਨੇੜੇ ਤੇੜੇ, ਜਾਂ ਉਹ ਸਾਡੇ ਨੇੜੇ ਤੇੜੇ, ਜਾਂ ਉਹ ਸਾਨੂੰ ਵੇਖ ਰਹੇ ਹੁੰਦੇ ਸਨ। ਫਿਰ ਜਦੋਂ ਚਲੇ ਜਾਂਦੇ ਸਨ ਤਾਂ ਜਿੰਨੀ ਸਾਡੇ ਅੰਦਰ ਦੀ ਖਿਝ ਹੁੰਦੀ ਸੀ, ਜਾਂ ਜਿੰਨਾ ਪ੍ਰੈਸ਼ਰ ਸਾਡੇ ਅੰਦਰ ਹੁੰਦਾ ਸੀ, ਜਿਹਨੂੰ ਅਸੀਂ ਦੱਬ ਕੇ ਬੈਠੇ ਰਹਿੰਦੇ ਸਾਂ, ਉਹ ਸਾਰਾ ਇੱਕੇ ਦਮ ਨਿਕਲਦਾ ਸੀ। ਪਰ ਨਕਲਾਂ ਵੀ ਸਭ ਤੋਂ ਵੱਧ ਉਹਨਾਂ ਹੀ ਅਧਿਆਪਕਾਂ ਦੀਆਂ ਲਾਈਆਂ ਜਾਂਦੀਆਂ ਸਨ, ਪੁੱਠੇ ਸਿੱਧੇ ਨਾਂ ਵੀ ਰੱਖੇ ਜਾਂਦੇ ਸਨ। ਪਰ ਇੱਕ ਅਧਿਆਪਕ ਐਸਾ ਵੀ ਸੀ ਜਿਸ ਨੂੰ ਕਹਿਣ ਦੀ ਲੋੜ ਨਹੀਂ ਸੀ ਪੈਂਦੀ। ਉਹਦਾ ਸਾਡੇ ਨਾਲ ਬਿਹੇਵੀਅਰ, ਸਾਡੇ ਨਾਲ ਉਹਦਾ ਵਿਹਾਰ, ਉਹਦੇ ਅੰਦਰ ਦਾ ਇੱਕ ਆਪਣਾਪਨ ਜਿਹੜਾ, ਉਹ ਜਿਹੜੀ ਚੀਜ਼ ਹੈ, ਉਹਨੂੰ ਹਮੇਸ਼ਾ ਹੀ ਇਹ ਮਿਸ ਕੀਤਾ ਜਾਂਦਾ ਸੀ ਸਕੂਲ ਦੇ ਅੰਦਰ, ਵੀ ਅੱਜ ਉਹ ਆਏ ਨੇ ਕਿ ਨਹੀਂ ਆਏ। ਤੇ ਦੂਜੇ ਦਾ ਬਾਰੇ ਵੀ ਪੁੱਛਿਆ ਜਾਂਦਾ ਵੀ ਉਹ ਆਇਆ ਕਿ ਨਹੀਂ ਆਇਆ, ਉਹਨੂੰ ਦੂਜੇ ਰੋਗ 'ਚ ਪੁੱਛਿਆ ਜਾਂਦਾ ਸੀ। ਤੋ ਇਹ ਜਿਹੜੀ ਚੀਜ਼ ਹੈ ਵੀ ਹੁਣ ਤੁਸੀਂ ਵੇਖੋ ਦੋਵਾਂ ਬੰਦਿਆਂ ਦੇ ਵਿਹਾਰ ਵਿੱਚ ਕੀ ਅੰਤਰ ਹੈ। ਇੱਕ ਦਾ ਡਰ ਕੰਮ ਕਰ ਰਿਹਾ, ਕਿਉਂਕਿ ਉਹ ਸਜ਼ਾ ਦੇਵੇਗਾ, ਉਹ ਮਾੜਾ ਚੰਗਾ ਬੋਲੇਗਾ, ਉਹ ਕੁੱਟਮਾਰ ਕਰੇਗਾ। ਦੂਜੇ ਦਾ ਅਦਬ ਕੰਮ ਕਰ ਰਿਹਾ, ਦੂਜੇ ਦੇ ਪ੍ਰਤੀ ਜਿਹੜੀ ਸਾਡੇ ਮਨ ਅੰਦਰ ਭਾਵਨਾ, ਜਿਹੜੀ ਖਿੱਚ, ਉਹ ਆਪਣਤ ਦੀ ਹੈ, ਉਹ ਅਦਬ ਦੀ ਹੈ। ਬਸ ਇੰਨਾ ਅੰਤਰ ਹੈ। ਡੱਡਾ ਡਰ ਉਪਜੇ ਡਰ ਜਾਏ। ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਆਖਿਆ ਵੀ ਇੱਕ ਜਗ੍ਹਾ ਤੇ ਅੱਗੇ ਫਰਮਾਇਆ, ਇਹ ਡਰ ਛਾੜੇ ਉਹ ਡਰ ਆਵਾ। ਸਤਿਗੁਰੂ ਨੇ ਆਖਿਆ ਵੀ ਇਹ ਜਦੋਂ ਇਹ ਡਰ ਛੱਡ ਦਿੱਤੇ। ਹੁਣ ਵੇਖੋ ਧਿਆਨ ਮੰਗਣ ਯੋਗ ਗੱਲ ਹੈ, ਭਉ ਮੁੱਚ ਭਾਰਾ ਵੱਡਾ ਤੋੜ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਭਉ ਦਾ ਅਰਥ ਇੱਥੇ ਅਦਬ। ਅਦਬ ਬੜੀ ਗਹਿਰੀ, ਬੜੀ ਭਾਰੀ ਚੀਜ਼ ਹੈ। ਭਉ ਮੁੱਚ ਭਾਰਾ ਵੱਡਾ ਤੋੜ। ਜਿਨ੍ਹਾਂ ਦੇ ਜੀਵਨ ਵਿੱਚ ਮਾਲਕ ਦਾ ਅਦਬ ਵਸ ਜਾਏ, ਉਹਨਾਂ ਦੇ ਜੀਵਨ ਨੂੰ ਭਾਰਾ ਬਣਾ ਦਿੰਦਾ, ਗੌਰਾ ਕਰ ਦਿੰਦਾ। ਉਹ ਵੱਡੇ ਤੋਲ ਵਾਲੇ ਹੋ ਜਾਂਦੇ ਨੇ, ਉਹ ਹਲਕੇ ਨਹੀਂ ਰਹਿੰਦੇ। ਕਿਉਂ? ਕਿਉਂਕਿ ਉਹ ਸਦਾ ਹੀ ਇਹ ਸੋਚਦੇ ਨੇ ਵੀ ਸਾਡਾ ਮਾਲਕ ਸਾਨੂੰ ਵੇਖ ਰਿਹਾ। ਉਹ ਇਸ ਯਕੀਨ 'ਚ ਪਲਦੇ ਨੇ ਵੀ ਸਾਡਾ ਮਾਲਕ ਵਾਹਿਗੁਰੂ
ਜਿਹਨੂੰ ਅਸੀਂ ਜਵਾਬ ਦੇਂ। ਅਸੀਂ ਕਿਸੇ ਹੋਰ ਨੂੰ ਜਵਾਬ ਦੇ ਨਹੀਂ ਸਾਡੇ, ਅਸੀਂ ਆਪਣੇ ਮਾਲਕ। ਇਹ ਅਦਬ ਕੰਮ ਕਰ ਰਿਹਾ, ਡਰ ਨਹੀਂ ਕੰਮ ਕਰ ਰਿਹਾ। ਇੱਥੇ ਕਿਹਾ ਤੀਸਰੇ ਪਾਤਸ਼ਾਹ ਨੇ, ਭੈ ਪੈ ਤਨ ਖੀਣ ਹੋਏ, ਉਹਨਾਂ ਦਾ ਤਨ ਲਿੱਸਾ ਹੋ ਜਾਂਦਾ ਹੈ, ਲੋਭ ਤੋਂ ਰਹਿਤ ਹੋ ਜਾਂਦਾ ਹੈ, ਲੋਭ ਰਤ ਵਿੱਚੋਂ ਜਾਏ। ਉਹਨਾਂ ਦੇ ਅੰਦਰੋਂ ਲੋਭ ਰੂਪੀ ਇਹ ਜਿਹੜੀ ਤਾਕਤ ਬੰਦੇ ਨੇ ਜੀਵਨ ਦੀ ਬਣਾਈ ਹੋਈ ਹੈ, ਛੱਡ ਦਿੰਦੇ ਨੇ। ਕਿਵੇਂ ਵਾਪਰਦੀ ਉਹਨਾਂ ਨਾਲ? ਜਿਉਂ ਬੈ ਸੰਤਰ ਧਾਤ ਸ਼ੁੱਧ ਹੋਏ। ਜਿਵੇਂ ਸੋਨੇ ਨੂੰ ਕੁਠਾਲੀ ਚ ਪਾਉਂਦਾ ਸੁਨਿਆਰ ਤੇ ਸੁਹਾਗਾ ਪਾ ਕੇ, ਕੈਮੀਕਲ ਪਾ ਕੇ ਉਹਨੂੰ ਅੱਗ ਤੇ ਰੱਖਦਾ, ਉਹਦਾ ਮਤਲਬ ਇਹ ਹੁੰਦਾ ਵੀ ਇਹਦਾ ਖੋਟ ਸੜ ਜਾਏ ਤੇ ਸ਼ੁੱਧ ਹੋ ਜਾਏ। ਇਸੇ ਤਰ੍ਹਾਂ ਤੀਸਰੇ ਪਾਤਸ਼ਾਹ ਕਹਿੰਦੇ ਜਿਵੇਂ ਅੱਗ ਜਿਹੜੀ ਹੈ ਉਹ ਧਾਤ ਨੂੰ ਸ਼ੁੱਧ ਕਰ ਦਿੰਦੀ ਹੈ। ਜਿਉਂ ਬੈ ਸੰਤਰ ਧਾਤ ਸ਼ੁੱਧ ਹੋਏ, ਤਿਉਂ ਹਰ ਕਾ ਭਉ। ਤਿਵੇਂ ਪਰਮੇਸ਼ਰ ਦਾ ਅਦਬ ਦੁਰਮਤ ਮੈਲ ਗਵਾਏ, ਭੈੜੀ ਮਤ ਰੂਪੀ ਮੈਲ ਸਾਡੇ ਅੰਦਰੋਂ ਕੱਢ ਦਿੰਦਾ ਹੈ। ਮਾੜਾ ਮਾਤਾ, ਦੁਰਮਤ ਦਾ ਅਰਥ ਸਮਝਣਾ ਨੈਗੇਟਿਵਿਟੀ। ਦੁਰਮਤ ਦਾ ਭਾਵ ਹੈ ਭੈੜੀ ਮਤ। ਭੈੜੀ ਮਤ ਦਾ ਅਰਥ ਕੀ? ਨੈਗੇਟਿਵਿਟੀ, ਜੋ ਸਾਡੇ ਅੰਦਰ ਨੈਗੇਟਿਵ ਖਿਆਲ ਹੋ ਪੈਦਾ ਹੈ ਆਪਣੇ ਪ੍ਰਤੀ ਜਾਂ ਦੂਜੇ ਪ੍ਰਤੀ, ਜਿਹੜਾ ਸਾਡੇ ਤੇ ਦੂਜੇ ਦੇ ਲਈ ਨੁਕਸਾਨਦੇਹ, ਜਿਹੜੀ ਵੀ ਨੁਕਸਾਨਦੇਹ ਚੀਜ਼ ਸਾਡੇ ਅੰਦਰ ਵਿਚਾਰ ਸੱਤਾ ਪੈਦਾ ਹੁੰਦੀ ਹੈ, ਉਹਨੂੰ ਦੁਰਮਤ ਕਿਹਾ। ਗੁਰੂ ਸਾਹਿਬ ਸੱਚੇ ਪਾਤਸ਼ਾਹ ਇਸੇ ਕਰਕੇ ਜਦੋਂ ਕਹਿੰਦੇ ਨਾ ਵੀ ਤੇਰੇ ਅੰਦਰ ਅੰਮ੍ਰਿਤ ਹੈ, ਅੰਮ੍ਰਿਤ ਦਾ ਅਰਥ ਕੀ ਹੈ? ਘਰ ਅੰਮ੍ਰਿਤ ਘਟ ਮਾਈ ਜੀਓ। ਉਹ ਮਾਦਾ ਜਿਹਦੇ ਵਿੱਚੋਂ ਨੈਤਿਕਤਾ ਨੇ, ਸਦਾਚਾਰ ਨੇ, ਚੰਗਿਆਈ ਨੇ, ਧਾਰਮਿਕ ਗੁਣਾਂ ਨੇ, ਚੀਜ਼ਾਂ ਨੇ ਜਨਮ ਲੈਣਾ ਹੈ। ਉਹ ਮਾਦਾ ਸਾਡੇ ਅੰਦਰ ਹੈ, ਉਹ ਕਿਸੇ ਅੰਦਰੋਂ ਨਹੀਂ ਮਰਦਾ, ਕੁਦਰਤੀ ਹੈ। ਉਸ ਚੀਜ਼ ਦੀ, ਜਦੋਂ ਉਸ ਚੀਜ਼ ਨੂੰ ਪਛਾਣਿਆ ਨਹੀਂ ਜਾਂਦਾ, ਉਹਦੇ ਨਾਲ ਬੰਦਾ ਜੁੜਦਾ ਨਹੀਂ, ਉਸ ਜ਼ਮੀਨ ਤੇ ਪੈਰ ਨਹੀਂ ਲਾਉਂਦਾ, ਜਾਂ ਉਸ ਜ਼ਮੀਨ ਤੇ ਬੀਜ ਨਹੀਂ ਬੀਜੇ ਜਾਂਦੇ ਚੰਗੀ ਪ੍ਰੈਕਟਿਸ ਦੇ, ਅਭਿਆਸ ਦੇ, ਸੰਗਤ ਦੇ, ਬਾਹਰ ਦੇ ਵਿਚਾਰ ਦੇ, ਤਾਂ ਉਹ ਮਾਦਾ ਸਾਡੇ ਅੰਦਰੋਂ ਕਮਜ਼ੋਰ ਪੈ ਜਾਂਦਾ। ਹਰ ਬਿਸਰ ਤੇਰੇ ਗੁਣ ਗਲਿਆ, ਗੁਰੂ ਸਾਹਿਬ ਨੇ ਇਸੇ ਨੂੰ ਕਿਹਾ। ਤੋ ਪਾਤਸ਼ਾਹ ਕਹਿੰਦੇ ਨੇ, ਜਿਉਂ ਬੈ ਸੰਤਰ ਧਾਤ ਸ਼ੁੱਧ ਹੋਏ, ਤਿਉਂ ਹਰ ਕਾ ਭਉ ਦੁਰਮਤ ਮੈਲ ਗਵਾਏ। ਨਾਨਕ ਤੇ ਜਨ ਸੋਹਣੇ, ਜੇ ਰਤੇ ਹਰ ਰੰਗ ਲਾਏ। ਇਹ ਨਾਨਕ ਉਹ ਸੋਹਣੇ ਨੇ। ਸੋਹਣੇ ਦਾ ਮਤਲਬ ਆਤਮਿਕ ਸੁਹੱਪਣ ਵਾਲੇ ਹਨ। ਉਹਨਾਂ ਦਾ ਜੀਵਨ ਸੁੰਦਰਤਾ ਦਾ ਖਜ਼ਾਨਾ ਹੈ। ਜੇ ਰਤੇ ਹਰ ਰੰਗ ਲਾਏ, ਜਿਹੜੇ ਮਾਲਕ ਨਾਲ ਪਿਆਰ ਪਾ ਕੇ ਉਹਦੇ ਗੁਣਾਂ ਵਿੱਚ, ਉਹਦੇ ਨਾਮ ਵਿੱਚ ਰੰਗੇ ਅਤੇ ਰਤੇ ਜਾਂਦੇ ਹਨ। ਸਾਹਿਬ ਕਿਰਪਾ ਕਰਨ, ਜੋ ਸ਼ੇਖ ਫਰੀਦ ਸਾਹਿਬ ਜੀ ਨੇ ਇਸ ਆਪਣੇ ਬਚਨ ਦੀ ਗਹਿਰਾਈ ਸਾਨੂੰ ਸਮਝਾਉਣ ਦਾ ਯਤਨ ਕੀਤਾ, ਤੀਸਰੇ ਮਹਾਰਾਜ ਨੇ ਬੜਾ ਸੁਖਾਲਾ ਕਰਕੇ, ਉਹਦੀ ਵਿਆਖਿਆ ਕਰਕੇ ਸਾਨੂੰ ਬੜੇ ਅਹਿਮ ਨੁਕਤੇ, ਜੀਵਨ ਦਾ ਜਿਹੜਾ ਇੱਕ ਅਹਿਮ ਖਿਆਲ ਹੈ ਜੀਵਨ ਦੇ ਸੰਦਰਭ ਵਿੱਚ, ਉਹ ਸਾਨੂੰ ਸਮਝਾਉਣ ਦੀ ਬੜੀ ਵੱਡੀ ਕਿਰਪਾ ਕੀਤੀ ਹੈ। ਮਹਾਰਾਜ ਰਹਿਮਤ ਕਰਨੇ, ਬਚਨ ਸਾਡੇ ਜੀਵਨ ਦਾ ਹਿੱਸਾ ਭਾਗ ਬਣ। ਸਤਿਗੁਰੂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਆਪ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਬੜੇ